मथुरा जन को प्रभु दीन दयाल है। संगत श्रेष्ठ निहाल करी। रामदास गुरु जग तारन को। गुर जोत अर्जुन माहे तरी। रामदास गुरु जग तारन को। गुर जोत अर्जुन माहे तरी। प्रथम भगवती सिमर कै गुरु नानक लई त्याहे। फिर अंगद गुर ते अमरदास रामदास होई सहाय। अर्जन हर गोबिंद नो सिमरो श्री हर राय। श्री हर कृष्ण ध्याइयै जिस डिठे सब दुख जाय। तेग बहादुर सिमरियै कर नौ निध आवे ताए। सब थाई होए सहाय। सुखाओ टल गुर सेवियै ऐनस सहज सुभाए। दर्शन परसै गुरु कै जन्म मरण दुख जाय। होवै सिफत खसमदी नूर अरसों कुरसों चटियै। तुध डिठे सच्चे पातशाह मल जन्म जन्म दी कटियै। तुध डिठे सच्चे पातशाह मल जन्म जन्म दी कटियै। सतनाम श्री वाहिगुरु साहिब जीओ। तनासरी महला पंजवा। फिरत फिरत भेटे जन साधो पूरा गुर समझाया। आन सगल बिद काम न आवै हर हर नाम ध्याया। ताते मोहे तारी ओट गोपाल। शरण परयो पूर्ण परमेश्वर बिन से सगल जंजाल। फिरत फिरत भेटे जन साधु पूरा गुर समझाया। वाहिगुरु जी का खालसा वाहिगुरु जी की फतेह। पतित पावन किरपा निधान गरीब नवाज सतगुरु गुरु ग्रंथ साहिब जीआं दी पावन पवित्र हजूरी अंदर ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨ ਦੇ ਵਿੱਚ ਆਪ ਸੰਗਤ ਨੇ ਹਾਜ਼ਰੀ ਭਰਦਿਆਂ ਹੋਇਆਂ ਅੰਮ੍ਰਿਤ ਗੁਰਬਾਣੀ ਸਤਿਗੁਰਾਂ ਦੀ ਕੀਰਤਨ ਦੇ ਰੂਪ ਦੇ ਅੰਦਰ ਆਸਾ ਦੀ ਵਾਰ ਗੁਰਬਾਣੀ ਸਰਵਣ ਕੀਤੀ ਹੈ।
ਨਿਤਨੇਮ ਦੇ ਰੂਪ ਦੇ ਵਿੱਚ 5 ਬਾਣੀਆਂ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ, ਸਰਵਣ ਕੀਤੀਆਂ। ਮਿਲਿਆ ਹੋਇਆ ਇਹ ਮਨੁੱਖਾ ਜਨਮ ਦਾ ਜੋ ਸਮਾਂ ਹੈ ਉਹ ਆਪਾਂ ਸਫਲਾ ਬਣਾ ਰਹੇ ਹਾਂ। ਇਨਕੇ ਭਾਗ ਵੱਡੇ ਹੈ ਭਾਈ, ਜਿਨ ਮੁਖ ਸਾਧੂ ਸੰਗ ਜੁਰੇ। ਜਿਹੜੇ ਸੀਸ ਸਤ ਸੰਗਤ ਵਿੱਚ ਆ ਕੇ ਜੁੜਦੇ ਨੇ, ਨਕਮਸਤਕ ਹੁੰਦੇ ਨੇ, ਇਹ ਵੱਡੇ ਭਾਗ ਮਹਾਰਾਜ ਜੀਆਂ ਨੇ ਉਹਨਾਂ ਗੁਰਮੁਖਾਂ ਨੂੰ ਬਖਸ਼ਿਸ਼ ਕੀਤੀ। ਆਓ ਆਪਣੇ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸ਼ਬਦ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਧਨਾਸਰੀ ਰਾਗ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 10ਵਾਂ ਸਥਾਨ ਇਸ ਰਾਗ ਨੂੰ ਪ੍ਰਾਪਤ ਹੋਇਆ। ਇਸ ਦੇ ਗਾਉਣ ਦਾ ਤੀਜਾ ਪੈਰ ਵਿਦਵਾਨਾਂ ਨੇ ਕਥਨ ਕੀਤਾ ਹੈ। ਦਿਨ ਦੇ ਤੀਸਰੇ ਪਹਿਰ 3 ਵਜੇ ਦੇ ਤਕਰੀਬਨ ਇਸ ਰਾਗ ਨੂੰ ਗਾਇਆ ਜਾ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਇਸ ਰਾਗ ਦੇ ਵਿੱਚ। ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ। ਕਿਹੜੇ ਸਰੂਪ ਵਿੱਚੋਂ ਬਾਣੀ ਆਈ ਹੈ, ਅੱਗੇ ਮਹਾਰਾਜ ਅੰਕ ਲਿਖ ਦਿੰਦੇ। ਜਿਵੇਂ 5ਵਾਂ ਅੰਕ ਪਾਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ 5ਵਾਂ ਰੂਪ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਭਾਵੇਂ ਲੈ ਲੈਣਾ ਵੀ ਇਹ 5ਵੇਂ ਗੁਰੂ ਦੀ ਬਾਣੀ ਹੈ। ਧਨਾਸਰੀ ਰਾਗ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਫਿਰਤ ਫਿਰਤ ਭੇਟੇ ਜਨ ਸਾਧੂ। ਸਤਿਗੁਰਾਂ ਦੇ ਅੱਗੇ ਬੇਨਤੀ ਇਹ ਕਰਦਾ ਗੁਰੂ ਕਾ ਸਿੱਖ, ਜਾਂ ਇਸ ਤਰ੍ਹਾਂ ਬੇਨਤੀ ਕਰਿਆ ਕਰ, ਫਿਰਤ ਫਿਰਤ। ਪਤਾ ਨਹੀਂ ਮਹਾਰਾਜ ਕਿੰਨੀਆਂ ਕੁ ਜੂਨਾਂ ਵਿੱਚੋਂ ਫਿਰ ਕੇ, ਕਿੰਨਿਆਂ ਜਨਮਾਂ ਵਿੱਚੋਂ ਹੋ ਕੇ ਬਚਨ ਪੜ੍ਹਦੇ ਹਨ। ਹਉ ਆਇਆ ਦੂਰੋਂ ਚੱਲ ਕੇ। ਇੱਥੇ ਦੂਰੋਂ ਚੱਲਣ ਤੋਂ ਭਾਵ ਸਾਡਾ ਘਰ ਨਹੀਂ ਹੈ ਵੀ ਮੇਰਾ ਘਰ ਇੰਨੀ ਦੂਰ ਹੈ, ਮੈਂ ਇੰਨੇ ਮੀਲ ਤੋਂ ਚੱਲ ਕੇ ਆਇਆ। ਦੂਰੋਂ ਚੱਲ ਕੇ ਤੋਂ ਭਾਵ ਇਹ ਹੈ ਵੀ ਕਈ ਜਨਮਾਂ ਤੋਂ, ਪਤਾ ਨਹੀਂ ਕਿੰਨੇ ਜਨਮ ਲੱਗ ਗਏ ਚੱਲਦਿਆਂ ਹੋਇਆਂ, ਤੁਰਿਆ ਹੋਇਆ। ਤੇ ਤੁਰਦਿਆਂ ਤੁਰਦਿਆਂ ਹੌਲੀ ਹੌਲੀ ਪੈਂਡਾ ਤੈਅ ਕੀਤਾ ਤੇ ਫਿਰ ਸਤਿਗੁਰੂ ਤੁਹਾਡੀ ਸ਼ਰਨ ਸਾਨੂੰ ਪ੍ਰਾਪਤ ਹੋਈ। ਫਿਰ ਤੁਹਾਡੀ ਸ਼ਰਨ ਵਿੱਚ ਆ ਕੇ ਪਹੁੰਚੇ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਇੱਕ ਤੁਹਾਡੀ ਸ਼ਰਨ ਤੱਕ ਕੇ ਵੀ ਇੱਥੇ ਮੇਰਾ ਭਲਾ ਹੋ ਸਕਦਾ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ। ਮੇਰੇ ਮਨ ਵਿੱਚ ਇਹ ਆਸ, ਇਹ ਭਰੋਸਾ ਹੈ ਵੀ ਮੇਰੇ ਤੁਸੀਂ ਸਾਰੇ ਦੁੱਖ ਕੱਢ ਸਕਦੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਟਾਈ। ਇਹ ਜਮਾਂ ਦਾ ਡਰ ਜਿਹੜਾ ਨਾ ਕਿਸੇ ਵੀ ਜੂਨ ਦੇ ਵਿੱਚ ਖਤਮ ਨਹੀਂ ਹੁੰਦਾ, ਕਿਸੇ ਵੀ ਜਨਮ ਦੇ ਵਿੱਚ ਖਤਮ ਨਹੀਂ ਹੁੰਦਾ ਹੈ। ਹਰੇਕ ਜਨਮ ਦੇ ਵਿੱਚ ਜਮਾਂ ਦਾ ਡਰ ਬਣਿਆ ਰਹਿੰਦਾ। ਮੌਤ ਦਾ ਡਰ ਕਿਹਨੂੰ ਨਹੀਂ ਹੈ। ਕਿਸੇ ਤ੍ਰਿਗਧ ਜੂਨ ਦੀ ਉੱਪਰ ਵੀ ਹੱਥ ਰੱਖ ਦਿਓ, ਪੈਰ ਰੱਖ ਦਿਓ, ਮਾਰਨ ਦਾ ਯਤਨ ਕਰੋ ਤੇ ਉਹ ਵੀ ਆਪਣੇ ਆਪ ਨੂੰ ਬਚਾਉਂਦਾ ਅਤੇ ਭੱਜਦਾ ਹੈ। ਮੌਤ ਦਾ ਡਰ ਕਿਹਨੂੰ ਨਹੀਂ ਹੈ, ਜਮਾਂ ਦਾ ਡਰ ਕਿਹਨੂੰ ਨਹੀਂ ਹੈ। ਮੌਤ ਤੋਂ ਬਚਣ ਵਾਸਤੇ, ਜਮਾਂ ਤੋਂ ਬਚਣ ਵਾਸਤੇ ਬੜੇ ਬੜੇ ਉਪਾਸਕਾਂ ਨੇ ਬੜੀ ਬੜੀ ਉਪਾਸਨਾ ਕੀਤੀ ਹੈ। ਜਪੀਆਂ ਨੇ ਜਪ ਕੀਤੇ, ਤਪੀਆਂ ਨੇ ਤਪ ਕੀਤੇ। ਡਰ ਹੀ ਜੰਮਦਾ ਇੰਨਾ ਵੀ ਨੇੜੇ ਨਾ ਆਵੇ, ਮੈਨੂੰ ਮੌਤ ਨਾ ਆਵੇ। ਭਾਵੇਂ ਦੇਵਤੇ ਕਹਿ ਲਈਏ, ਭਾਵੇਂ ਦੈਂਤ ਕਹਿ ਲਈਏ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਡਰ ਤੇ ਸਾਰਿਆਂ ਨੂੰ ਹੀ ਹੈ,
ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਇੱਕ ਜਿਹੜੀ ਤੁਹਾਡੀ ਸੰਗਤ ਹੈ ਨਾ, ਇਹ ਸੰਗਤ ਵਿੱਚ ਆ ਕੇ ਜਮਾਂ ਦਾ ਡਰ ਨਹੀਂ ਰਹਿ ਜਾਂਦਾ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ, ਜਮ ਤਰਾਸ ਮਟਾਈ। ਤਰਾਸ ਨਾਮ ਡਰਦਾ ਹੀ ਹੈ। ਇੱਥੇ ਸੰਗਤ ਵਿੱਚ ਆ ਕੇ ਫਿਰ ਜਮਾਂ ਦਾ ਡਰ ਖਤਮ ਹੋ ਜਾਂਦਾ। ਇੱਥੇ ਫਿਰ ਜਮ ਪਹੁੰਚ ਨਹੀਂ ਸਕਦਾ। ਜਿਹੜਾ ਤੇਰੇ ਦੱਸੇ ਹੋਏ ਰਸਤੇ 'ਤੇ ਚੱਲ ਪਿਆ, ਤੇਰੇ ਸ਼ਬਦ ਦੀ ਕਮਾਈ ਕਰ ਗਿਆ, ਉਹਨਾਂ ਨੂੰ ਫਿਰ ਜਮਾਂ ਦਾ ਡਰ ਨਹੀਂ, ਮੌਤ ਦਾ ਡਰ ਰਹਿ ਨਹੀਂ ਜਾਂਦਾ। ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵੇਂਗੇ। ਆਉਣਾ ਤੇ ਤਾਂ ਹੈ ਨਾ ਜੇ ਜਮਾਂ ਦੇ ਵਸ ਪਵਾਂਗੇ, ਫਿਰ ਪਤਾ ਵੀ ਜਨਮ ਲੈ ਕੇ ਅੱਗੇ ਆਉਣਾ ਪੈਣਾ। ਪਰ ਜੇ ਜਮਾਂ ਦੇ ਕੋਲੋਂ ਹੀ ਛੁੱਟ ਗਿਆ, ਫਿਰ ਪਤਾ ਲੱਗ ਗਿਆ ਵੀ ਹੁਣ ਜਨਮਾਂ 'ਚ ਹੀ ਨਹੀਂ ਆਉਣਾ ਪੈਣਾ, ਤਾਂ ਉਹਨਾਂ ਨੇ ਬੜੇ ਆਤਮ ਵਿਸ਼ਵਾਸ ਨਾਲ ਗੱਲ ਆਖੀ, ਕਹਿਣ ਲੱਗੇ ਹੁਣ ਤੇ ਆਉਣਾ ਹੀ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਹੁਣ ਕਾਹਦਾ ਆਉਣਾ, ਕਿਉਂ ਆਉਣਾ, ਆਉਣਾ ਤੇ ਰਹਿ ਹੀ ਨਹੀਂ ਗਿਆ, ਮੁੱਕ ਗਿਆ ਨਾ। ਕਿਉਂ ਮੁੱਕਿਆ? ਕਿਉਂਕਿ ਗੁਰੂ ਦੀ ਸ਼ਰਨ ਤੱਕ ਲਈ ਹੈ। ਗੁਰੂ ਦੀ ਸ਼ਰਨ ਵਿੱਚ ਆ ਗਿਆ। ਜਿਹੜਾ ਗੁਰੂ ਦੇ ਕੋਲ ਆ ਗਿਆ ਨਾ, ਸਤਿਗੁਰ ਕੈ ਜਨਮੈ ਗਵਨ ਮਟਾਇਆ। ਜਿਹੜਾ ਗੁਰੂ ਦੇ ਘਰ ਜੰਮ ਪਿਆ ਆ ਕੇ, ਉਹਦਾ ਸੰਸਾਰ ਵਿੱਚ ਗਮਨ ਕਰਨਾ, ਚੱਕਰ ਲਾਉਣਾ, ਭ੍ਰਮਣ ਕਰਨਾ, ਜੂਨਾਂ ਵਿੱਚ ਆਉਣਾ ਮਿਟ ਜਾਏਗਾ। ਤੇ ਗੁਰੂ ਦੇ ਕੋਲ ਜਨਮ ਕੀ ਲੈਣਾ ਹੈ? ਗੁਰੂ ਦੇ ਕੋਲ ਜਨਮ ਇਹ ਲੈਣਾ ਜਿਹੜਾ ਗੁਰੂ ਵਾਲਾ ਬਣ ਜਾਣਾ, ਗੁਰੂ ਦੇ ਸਿਧਾਂਤ ਨੂੰ ਮੁੱਖ ਰੱਖਣਾ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਹੈ। ਜਿਹੜਾ ਇਹ ਬਚਨ ਪਾਲਣਾ, ਇਹ ਹੈ ਗੁਰੂ ਘਰ ਦੇ ਵਿੱਚ ਜਨਮ ਲੈਣਾ। ਜਨਮ ਲੈਣਾ ਇਹ ਹੈ ਜਿਹੜਾ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲਣਾ, ਬਚਨ ਨੂੰ ਕਮਾਈ ਕਰਨੀ ਹੈ। ਕਹਿਣ ਲੱਗੇ ਸਤਿਗੁਰ ਕਹਿ ਜਨਮੈ ਗਵਨ ਮਟਾਇਆ। ਜਿਹੜਾ ਗੁਰੂ ਦੇ ਸਿਧਾਂਤ ਵਿੱਚ ਜੰਮ ਪੈਂਦਾ ਹੈ ਨਾ, ਚੱਲ ਪੈਂਦਾ ਹੈ, ਉਹਦਾ ਫਿਰ ਗਵਨ ਕਹਿ ਲਈਏ ਆਉਣਾ ਜਾਣਾ ਮੁੱਕ ਜਾਂਦਾ। ਨਹੀਂ ਤੇ ਮਹਾਰਾਜ ਨੇ ਬਚਨ ਕੀਤੇ ਨੇ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਜੂਨਾਂ ਦਾ ਵਰਣਨ ਕੀਤਾ। ਪਤਾ ਨਹੀਂ ਕਿੰਨੀ ਕੁ ਵਾਰੀ ਕੀੜੇ ਮਕੌੜੇ ਪਤੰਗੇ ਹਾਥੀ ਘੋੜੇ ਜਾਨਵਰ ਪਸ਼ੂ ਪੰਛੀ ਬਣੇ, ਗਿਣਤੀ ਕੋਈ ਨਹੀਂ, ਇਹ ਹਿਸਾਬ ਕਿਤਾਬ ਕੋਈ ਨਹੀਂ। ਸਤਿਗੁਰੂ ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਫਿਰਤ ਫਿਰਤ, ਪਤਾ ਨਹੀਂ ਕਿੰਨੇ ਕੁ ਜਨਮਾਂ ਵਿੱਚ ਫਿਰਦਿਆਂ ਫਿਰਦਿਆਂ ਚੱਕਰ ਲਾਉਂਦਿਆਂ ਹਿਸਾਬ ਕਿਤਾਬ ਦਿੰਦਿਆਂ ਕਰਦਿਆਂ ਭੇਟੇ ਜਨ ਸਾਧੂ। ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਸਾਧੂ ਦਾ ਸੰਗਤ ਬਖਸ਼ਿਸ਼ ਕਰ ਦਿੱਤੀ। ਫਿਰ ਬਖਸ਼ਿਸ਼ ਕਰਦੇ ਹਨ, ਫਿਰਤ ਫਿਰਤ ਭੇਟੇ ਜਨ ਸਾਧੂ। ਦੂਜਾ ਅਰਥ ਆਪਾਂ ਇਸ ਤਰ੍ਹਾਂ ਵੀ ਲੈ ਸਕਦੇ ਹਾਂ, ਵਿਅਰਥ ਘੁੰਮਦਿਆਂ ਹੋਇਆਂ। ਜ਼ਿੰਦਗੀ ਦੇ ਵਿੱਚ ਅਸੀਂ ਵਿਅਰਥ ਹੀ ਘੁੰਮਦੇ ਹਾਂ। ਇਸ ਕੰਮ ਨੂੰ ਜਾਣ ਵਾਸਤੇ ਇੱਧਰ ਨੂੰ ਚਲੇ ਗਏ, ਫਿਰ ਉੱਧਰ ਨੂੰ ਚਲੇ ਗਏ, ਨਾਮ ਨਹੀਂ ਜਪਿਆ। ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਦਾ ਸਮਾਂ ਆ ਗਿਆ ਤੇ ਕਹਿੰਦਾ ਨੀਂਦ ਆਉਂਦੀ ਹੈ। ਕੰਮ ਵਾਸਤੇ ਸਾਰਾ ਦਿਨ ਤੁਰਿਆ ਫਿਰਦਾ, ਗਲੀਆਂ ਬਾਜ਼ਾਰਾਂ ਵਿੱਚ ਭੱਜਾ ਫਿਰਦਾ, ਵਹੀਕਲਾਂ 'ਤੇ ਚੜ੍ਹ ਕੇ, ਗੱਡੀਆਂ ਮੋਟਰਾਂ 'ਤੇ ਚੜ੍ਹ ਕੇ ਭੱਜਾ ਤੇ ਫਿਰਦਾ, ਦੌੜ 'ਤੇ ਲਾਉਂਦਾ ਪਿਆ। ਪਰ ਉਸ ਦੌੜ ਦਾ ਕੋਈ ਬਹੁਤਾ ਲਾਭ ਨਹੀਂ ਹੋਵੇਗਾ, ਕਿਉਂਕਿ ਉਸ ਦੌੜ ਨੇ ਜਮਾਂ ਤੋਂ ਨਹੀਂ ਛਡਾਉਣਾ, ਮੁਕਤ ਨਹੀਂ ਕਰਵਾਉਣਾ ਹੈ। ਫਿਰਤ ਫਿਰਤ ਵਿਅਰਥ ਘੁੰਮਦਿਆਂ ਹੋਇਆਂ, ਜਨਮਾਂ ਵਿੱਚ ਜੂਨਾਂ ਦੇ ਵਿੱਚ ਸਾਰੀ ਉਮਰ ਕੱਢ ਦਿੱਤੀ ਹੈ। 100 ਸਾਲ ਨੂੰ ਪਾਰ ਹੋ ਚੱਲਿਆ, ਪਰ ਉਹ ਘੁੰਮਣਾ ਸਫਲ ਨਹੀਂ ਹੋਇਆ, ਆਉਣਾ ਜਾਣਾ ਸਫਲ ਨਹੀਂ ਹੋਇਆ। ਪਹਿਲਾਂ ਬੱਚਿਆਂ ਦੇ ਵਾਸਤੇ ਕਮਾਈ ਕਰਦਾ ਰਿਹਾ, ਫਿਰ ਜਦੋਂ ਬੱਚਿਆਂ ਨੇ ਨਹੀਂ ਪੁੱਛਿਆ, ਫਿਰ ਉਹਨਾਂ ਦੇ ਉੱਪਰ ਤੰਜ ਕੱਸਦਾ, ਉਹਨਾਂ ਨੂੰ ਮਿਹਣਾ ਦਿੰਦਾ, ਤੁਹਾਡੇ ਵਾਸਤੇ ਇੰਨਾ ਕੁਝ ਕੀਤਾ, ਤੁਸੀਂ ਮੇਰੇ ਵਾਸਤੇ ਕੀ ਕੀਤਾ। ਸਾਰੀ ਉਮਰ ਕਮਾਈ ਕਰਕੇ ਬੜਾ ਧਨ ਪਦਾਰਥ ਜੋੜਿਆ, ਬੁੱਢਾ ਹੋ ਗਿਆ ਨਾ, ਤੇ ਕਿਸੇ ਨੇ ਪਿੰਡ ਵਿੱਚੋਂ ਆਖਿਆ ਵੀ ਬਾਬਾ ਬਹੁਤ ਕਮਾਈ ਕੀਤੀ ਹੈ। ਬਾਬੇ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ ਕਮਾਈ ਜਿਹੜੀ ਕੀਤੀ ਹੈ ਉਹ ਤੇ ਅੱਗੇ ਸਾਂਭਣ ਵਾਲਿਆਂ ਨੇ ਸਾਂਭ ਲਈ ਹੈ, ਪਰ ਜਿਹੜੀ ਕਮਾਈ ਮੇਰੇ ਨਾਲ ਜਾਣੀ ਸੀ ਨਾ, ਉਹ ਨਹੀਂ ਮੈਂ ਕਰ ਸਕਿਆ। ਨਾਲ ਕੀ ਜਾਣਾ? ਨਾਲ ਜਾਣਾ ਸੀ ਨਾਮ, ਉਹ ਨਹੀਂ ਕਰ ਸਕਿਆ। ਜਿਹੜੀ ਮੇਰੇ ਨਾਲ ਜਾਣੀ ਸੀ ਉਹ ਨਹੀਂ ਕੀਤੀ ਹੈ, ਜਿਹੜੀ ਮੈਂ ਛੱਡ ਕੇ ਜਾਣੀ ਉਹ ਤੇ ਬੜੀ ਕੀਤੀ ਹੈ। ਪਰ ਇਹ ਸਮਝ ਉਦੋਂ ਆਉਣੀ ਹੈ ਜਦੋਂ ਉਮਰਾਂ ਲੰਘ ਗਈ, ਜਦੋਂ ਸਭ ਕੁਝ ਹੱਥੋਂ ਨਿਕਲ ਗਿਆ ਨਾ, ਮੌਤ ਸਿਰ 'ਤੇ ਆ ਗਈ, ਅੱਖਾਂ ਹੱਥ ਪੈਰ ਸਰੀਰ ਕੰਮ ਕਰਨੋਂ ਰਹਿ ਗਿਆ। ਇਹ ਉਦੋਂ ਜਾ ਕੇ ਸਮਝ ਆਉਣੀ ਹੈ ਵੀ ਜੋ ਮੈਂ ਜੋੜਦਾ ਪਿਆ ਉਹ ਤਾਂ ਇੱਥੇ ਹੀ ਰਹਿ ਜਾਣਾ,
ਸਾਂਭਣ ਵਾਲਿਆਂ ਨੇ ਸਾਂਭ ਲੈਣਾ। ਜੋ ਮੇਰੇ ਨਾਲ ਜਾਣਾ ਸੀ ਉਹ ਨਹੀਂ ਮੈਂ ਕਮਾ ਸਕਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰਤ ਫਿਰਤ ਸੰਸਾਰ ਵਿੱਚ ਵਿਅਰਥ ਹੀ ਘੁੰਮਦਾ ਰਿਹਾ, ਭੱਜਾ ਫਿਰਿਆ, ਦਿਨੇ ਰਾਤ ਦੌੜਾਂ ਲਾਉਂਦਾ, ਕਮਾਈਆਂ ਕਰਦਾ। ਪਰ ਜਦੋਂ ਦੁਨੀਆ ਤੋਂ ਜਾਣ ਦਾ ਸਮਾਂ ਆਵੇਗਾ ਨਾ, ਉਸ ਵੇਲੇ ਖਾਲੀ ਹੱਥ ਤੁਰਨਾ ਪਵੇਗਾ ਤੇ ਫਿਰ ਆਖਣਾ ਵੀ ਮੇਰੇ ਨਾਲ ਤੇ ਜਾਣ ਵਾਸਤੇ ਕੁਝ ਨਹੀਂ ਮੈਂ ਖੱਟਿਆ। ਭੱਟਾਂ ਨੇ ਬਚਨ ਕੀਤੇ, ਕਹਿਣ ਲੱਗੇ ਰਹਿਓ ਸੰਤ ਹੋਂ ਟੋਲ। ਧੰਨ ਗੁਰੂ ਅਮਰਦਾਸ ਮਹਾਰਾਜ ਜੀਓ, ਬੜੇ ਸੰਤ ਵੇਖੇ ਤੁਹਾਡੇ ਵਰਗੇ। ਸੰਤ ਤੇ ਤੁਹਾਡੇ ਵਰਗਾ ਵੇਖਣਾ, ਵੇਖਣ ਵਾਸਤੇ ਬੜਿਆਂ ਨੂੰ ਜਾ ਕੇ ਟੋਲਿਆ, ਲੱਭਿਆ, ਕਈਆਂ ਕੋਲ ਜਾ ਕੇ ਬੈਠੇ। ਸਾਧ ਬਹੁ ਤੇਰੇ ਡਿੱਠੇ, ਵੇਖੇ ਤੇ ਬੜੇ, ਪਰ ਅਸਲ ਵਿੱਚ ਉਹ ਮੰਨਦੇ ਸਾਧੂ ਨਹੀਂ ਸਨ। ਮਨ ਕਰਕੇ ਸਾਧੂ ਨਹੀਂ, ਕੇਵਲ ਲਿਬਾਸ ਸਾਧੂਆਂ ਵਾਲਾ, ਗੱਲਾਂ ਸਾਧੂਆਂ ਵਾਲੀਆਂ, ਪਰ ਕਰਨੀ ਨਹੀਂ ਹੈ। ਸੰਨਿਆਸੀ ਤਪਸੀ ਹੈ, ਮੁੱਖੋਂ ਇਹ ਪੰਡਤ ਮਿੱਠੇ। ਵੱਡੇ ਵੱਡੇ ਸੰਨਿਆਸੀ, ਜੰਗਲਾਂ ਵਿੱਚ ਰਹਿਣ ਵਾਲੇ, ਵੱਡੇ ਵੱਡੇ ਤਪਸਵੀ, ਤਪੱਸਿਆ ਕਰਨ ਵਾਲੇ, ਵੱਡੇ ਵੱਡੇ ਪੰਡਤ, ਗ੍ਰੰਥਾਂ ਦੇ ਪੜ੍ਹੇ ਹੋਏ, ਮੁੱਖੋਂ ਮਿੱਠੀਆਂ ਗੱਲਾਂ ਕਰਦੇ, ਰੱਬ ਦੀਆਂ ਗੱਲਾਂ ਕਰਦੇ। ਰੱਬ ਨੂੰ ਇਸ ਤਰ੍ਹਾਂ ਮਿਲ ਸਕਦਾ, ਰੱਬ ਨੂੰ ਇਸ ਤਰ੍ਹਾਂ ਪਾਇਆ ਜਾਂਦਾ। ਪਰ ਮਹਾਰਾਜ ਕੇਵਲ ਗੱਲਾਂ ਹੀ ਨੇ ਇਹਨਾਂ ਦੇ ਕੋਲ, ਅਸਲ ਵਿੱਚ ਨਿੱਜੀ ਕਮਾਈ ਕੋਈ ਨਹੀਂ ਹੈ, ਗੱਲਾਂ ਹੀ ਨੇ। ਤੇ ਗੱਲਾਂ ਤੇ ਗੁਰਮੁਖੋ ਕੜਛੀ ਵਰਗੀਆਂ ਹੁੰਦੀਆਂ ਨੇ। ਕੜਛੀ ਪਤੀਲੇ ਵਿੱਚ ਘੁੰਮਦੀ ਤੇ ਪਈ ਹੈ, ਸਬਜ਼ੀ ਬਣਾਉਂਦੀ ਤੇ ਪਈ ਹੈ। ਸਬਜ਼ੀ ਬੜੀ ਸੋਹਣੀ, ਬੜੀ ਸਵਾਦ ਬਣੀ ਹੈ, ਪਰ ਕੜਛੀ ਨੇ ਬਣਾਈ ਜ਼ਰੂਰ ਹੈ, ਪਰ ਖਾਧੀ ਤੇ ਕੋਈ ਨਹੀਂ ਨਾ। ਗੱਲਾਂ ਬਣਾ ਲੈਣੀਆਂ, ਗੱਲਾਂ ਦੱਸ ਦੇਣੀਆਂ, ਬੜੀ ਚੰਗੀ ਗੱਲ ਹੈ, ਪਰ ਆਪਣੀ ਕਮਾਈ ਤੇ ਕੋਈ ਨਹੀਂ ਨਾ, ਆਪ ਤੇ ਨਹੀਂ ਨਾ ਕੋਈ ਬਚਨ ਕਮਾਇਆ। ਸੰਨਿਆਸੀ ਤਪਸੀ ਹੈ, ਮੁੱਖੋਂ ਇਹ ਪੰਡਤ ਮਿੱਠੇ, ਮਿੱਠੀਆਂ ਗੱਲਾਂ ਕਰਦੇ, ਰੱਬ ਦੀਆਂ ਗੱਲਾਂ ਕਰਦੇ। ਬਰਸ ਏਕ ਹੋਂ ਰਹਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਰਸ ਏਕ ਹੋਂ ਫਿਰਿਓ। 1 ਸਾਲ ਲੱਗ ਗਿਆ ਧਰਤੀ ਦਾ ਚੱਕਰ ਕੱਟਦਿਆਂ। ਭੱਟਾਂ ਦੀ ਜ਼ੁਬਾਨ ਹੈ। ਭੱਟ ਕਹਿੰਦੇ ਪਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆ ਕੇ, ਮਹਾਰਾਜ 1 ਸਾਲ ਦਾ ਸਮਾਂ ਸਾਡੇ ਵਰਗੇ ਮਨੁੱਖਾਂ ਦਾ 12 ਸਾਲ ਦਾ ਸਮਾਂ ਬਣ ਜਾਂਦਾ। ਦੇਵਤਿਆਂ ਦਾ 1 ਸਾਲ ਤੇ ਸਾਡੇ 12 ਸਾਲ ਨਿਕਲ ਗਿਆ। ਮਹਾਰਾਜ 12 ਸਾਲ ਅਸੀਂ ਲੱਭਦੇ ਰਹਿ ਵੀ ਕਿਸੇ ਸਾਧੂ ਕੋਲ 10 ਦਿਨ ਰਹਿ, ਕਿਸੇ ਕੋਲ 20 ਦਿਨ ਰਹਿ, ਕਿਸੇ ਕੋਲ ਮਹੀਨਾ ਰਹਿ। ਜਦੋਂ ਉਹਦੀ ਕਰਤੂਤ ਵੇਖਣੀ, ਉਹਦੇ ਕੰਮ ਵੇਖਣੇ, ਉਹਦਾ ਜੀਵਨ ਵੇਖਣਾ ਤੇ ਆਖਣਾ ਨਹੀਂ ਇਹ ਤੇ ਆਪ ਕੱਚਾ, ਇਹ ਤੇ ਆਪ ਅਧੂਰਾ, ਸਾਡਾ ਭਲਾ ਕਿੱਥੋਂ ਕਰੇਗਾ। ਸਤਿਗੁਰੂ ਕਹਿਣ ਲੱਗੇ ਬਰਸ ਏਕ ਹੋਂ ਫਿਰਿਓ। ਭੱਟ ਕਹਿੰਦੇ 12 ਸਾਲ ਮਹਾਰਾਜ ਧਰਤੀ ਤੇ ਘੁੰਮਦੇ ਰਹੇ ਪੂਰਾ ਗੁਰੂ ਲੱਭਣ ਵਾਸਤੇ। ਕਿਨੋਂ ਨਹਿ ਪਰਚੋ ਲਾਇਓ। ਕਿਸੇ ਨੇ ਵੀ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਨਹੀਂ ਲਾਇਆ। ਗੱਲਾਂ ਜ਼ਰੂਰ ਕਰਦੇ ਸਨ, ਪਰ ਸਾਨੂੰ ਪ੍ਰਮਾਤਮਾ ਨਾਲ ਜੋੜ ਨਹੀਂ ਸਕੇ, ਸਾਡਾ ਪ੍ਰੇਮ ਉਹਦੇ ਨਾਲ ਬਣਾ ਨਹੀਂ ਸਕੇ। ਕਹਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਤੇ ਵੱਡੀਆਂ ਵੱਡੀਆਂ ਕਰਦੇ, ਕਹਾਣੀਆਂ ਤੇ ਵੱਡੀਆਂ ਵੱਡੀਆਂ ਪਾਉਂਦੇ, ਪਰ ਮਹਾਰਾਜ ਕਹਿਣ ਲੱਗੇ ਉਹਨਾਂ ਦੀਆਂ ਕਰਨੀਆਂ ਕਹਾਣੀਆਂ ਸੁਣ ਕੇ ਮਨ ਵਿੱਚ ਕੋਈ ਖੁਸ਼ੀ ਨਹੀਂ ਆਈ ਹੈ, ਕਿਉਂਕਿ ਪਤਾ ਵੀ ਕੋਲ ਗੱਲਾਂ ਹੀ ਨੇ, ਪ੍ਰਾਪਤੀ ਇਹਨਾਂ ਕੋਲ ਕੋਈ ਨਹੀਂ। ਕੇਵਲ ਕਹਾਣੀਆਂ ਨੇ, ਪਰ ਕਮਾਈ ਇਹਨਾਂ ਕੋਲ ਕੋਈ ਨਹੀਂ। ਹਰ ਨਾਮ ਛੋੜ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ। ਜਿਹਨੇ ਰੱਬ ਦਾ ਨਾਮ ਛੱਡ ਦਿੱਤਾ ਉਹ ਭਾਵੇਂ ਸੰਨਿਆਸੀ ਬਣ ਜਾਵੇ, ਜਪੀ ਬਣ ਜਾਵੇ, ਜੰਗਲ ਵਿੱਚ ਰਹਿਣ ਲੱਗ ਪਵੇ, ਨਾਗਾ ਬਣ ਜਾਵੇ, ਮਹਾਰਾਜ ਉਹਨਾਂ ਦੇ ਕਿੰਨੇ ਕੁ ਔਗਣ ਨੇ ਅਸੀਂ ਬੋਲ ਕੇ ਹੀ ਨਹੀਂ ਦੱਸ ਸਕਦੇ। ਹਰ ਨਾਮ ਛੋੜ ਦੂਜੇ ਲੱਗੇ, ਰੱਬ ਦਾ ਨਾਮ ਛੱਡ ਕੇ ਦਵੈਤ ਵਿੱਚ ਲੱਗੇ ਨੇ, ਦੂਜੇ ਦੇਵੀ ਦੇਵਤਿਆਂ ਵਿੱਚ ਲੱਗੇ ਨੇ, ਦੂਜਾ ਕਹੀਏ ਮਾਇਆ ਵਿੱਚ ਲੱਗੇ ਨੇ, ਦੂਜਾ ਕਹਿ ਲਈਏ ਆਪਣੀ ਸ਼ੋਭਾ ਵਿੱਚ ਲੱਗੇ ਨੇ, ਆਪਣੀ ਵਡਿਆਈ ਵਿੱਚ ਲੱਗੇ ਨੇ, ਆਪਣੇ ਮਾਣ ਦੇ ਵਿੱਚ ਲੱਗੇ ਨੇ। ਤਿੰਨ ਕੇ ਗੁਣ ਹੋ ਕਿਆ ਕਹੋ। ਮਹਾਰਾਜ ਉਹਨਾਂ ਦੇ ਔਗਣ ਕਿਹੜੇ ਕਿਹੜੇ ਕਹਿ ਕੇ ਤੁਹਾਨੂੰ ਦੱਸੀਏ। ਉਹਨਾਂ ਵਿੱਚ ਬੜੇ ਔਗਣ ਸਨ। ਇਹ ਔਗਣ ਵੇਖ ਕੇ ਅਸੀਂ ਉਹਨਾਂ ਨੂੰ ਛੱਡ ਕੇ ਚਲਦਿਆਂ 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 ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਆਪ ਜੀ ਦੀ ਸ਼ਰਨ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਗੁਰ ਦਈਓ ਮਲਾਏ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਇਹ ਭਿਖਾ ਇੱਕ ਭੱਟ ਦਾ ਨਾਮ ਹੈ। ਉਹ ਭਿਖਾ ਭੱਟ ਕਹਿੰਦਾ ਪਿਆ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਬੇਨਤੀ ਇਹ ਹੈ
ਵੀ ਉਸ ਪ੍ਰੇਰਕ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਦਿਓ, ਜਿਵੇਂ ਵੀ ਆਪ ਜਾਣਦੇ ਹੋ। ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਮੇਰੇ ਵਿੱਚ ਤੇ ਬੇਅੰਤ ਅਵਗੁਣ ਨੇ। ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਮੇਰੇ ਤੇ ਕਿਰਪਾ ਇਹ ਕਰੋ ਵੀ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿਓ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਫਿਰਤ ਫਿਰਤ ਭੇਟੇ ਜਨ ਸਾਧੂ। ਵਿਅਰਥ ਘੁੰਮਦਿਆਂ ਘੁੰਮਦਿਆਂ ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਜ਼ਿੰਦਗੀ ਦੇ ਵਿੱਚ ਰਿਸ਼ਤੇਦਾਰੀਆਂ ਕੰਮਾਂ ਕਾਰਾਂ ਤੇ ਸਾਰੀ ਉਮਰ ਕੱਢ ਦਿੱਤੀ ਹੈ, ਫਾਇਦਾ ਕੋਈ ਨਹੀਂ ਹੋਇਆ। ਪਰ ਇਹ ਘੁੰਮਣਾ ਤਾਂ ਸਫਲਾ ਹੋ ਜਾਵੇਗਾ ਜੇ ਕਿਤੇ ਕੋਈ ਪੂਰਾ ਸਾਧੂ ਮਿਲ ਜਾਵੇ, ਜਿਸ ਨੇ ਮਨ ਸਾਧਿਆ ਹੋਵੇ ਤੇ ਸਾਧੂ ਹੋਵੇ ਗੁਰੂ ਅਰਜਨ ਦੇਵ ਮਹਾਰਾਜ ਵਰਗਾ, ਤਾਂ ਭੱਟਾ ਦਾ ਆਉਣਾ ਸਫਲਾ ਹੋਇਆ। ਸਾਧੂ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ, ਤਾਂ ਸਾਡਾ ਆਉਣਾ ਸਫਲਾ ਹੋਇਆ। ਸੰਗਤ ਦੇ ਵਿੱਚ ਕਹਿਣ ਲੱਗੇ ਵੀ ਐਸਾ ਸਾਧੂ ਜੇ ਮਿਲ ਜਾਵੇ ਤੇ ਫਿਰ ਇਹ ਘੁੰਮਣਾ ਵਿਅਰਥ ਨਹੀਂ ਰਹਿ ਜਾਏਗਾ, ਫਿਰ ਸਫਲਾ ਹੋ ਜਾਂਦਾ ਹੈ। ਪੂਰਾ ਗੁਰ ਸਮਝਾਇਆ, ਪੂਰਿਆਂ ਗੁਰਾਂ ਨੇ ਇਹ ਸਮਝ ਸਮਝਾਈ ਹੈ, ਪੂਰਿਆਂ ਗੁਰਾਂ ਨੇ ਸਿੱਖਿਆ ਦਿੱਤੀ ਹੈ। ਗੁਰਮੁਖੋ ਗੁਰੂ ਪੂਰਾ ਹੋਣਾ ਚਾਹੀਦਾ। ਜਿਹੜਾ ਗੁਰੂ ਆਪ ਅਧੂਰਾ ਹੈ ਉਹ ਤੈਨੂੰ ਕੀ ਸਿੱਖਿਆ ਦੇਵੇਗਾ? ਜਿਹੜਾ ਹਾਲੇ ਆਪ ਹੀ ਵਿਕਾਰਾਂ ਵਿੱਚ ਡੁੱਬਿਆ ਪਿਆ ਉਹ ਤੇਰਾ ਬੇੜਾ ਕਿਵੇਂ ਪਾਰ ਲਾਵੇਗਾ? ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ। ਜਿਹੜਾ ਆਪ ਰੁੜਿਆ ਜਾਂਦਾ ਉਹ ਤੈਨੂੰ ਵੀ ਰੁੜੇਗਾ ਹੀ, ਤੈਨੂੰ ਬਚਾਏਗਾ ਨਹੀਂ। ਕਦੇ ਰੁੜੇ ਜਾਂਦੇ ਦੀ ਰੁੜਨ ਵਾਲੇ ਨੇ ਬਾਂਹ ਨਹੀਂ ਫੜਦੀ ਹੈ, ਪਤਾ ਵੀ ਇਹਨੇ ਡੁੱਬਣਾ ਤੇ ਮੈਨੂੰ ਵੀ ਡੁੱਬੇਗਾ। ਬਾਂਹ ਲੋਕ ਉਹਦੀ ਫੜਦੇ ਨੇ ਜਿਹੜਾ ਆਪ ਬਚਣਾ ਜਾਣਦਾ, ਜਿਹੜਾ ਆਪ ਬਚਿਆ ਹੋਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਗੁਰੂ ਜਦੋਂ ਮਿਲ ਲੈਣਾ ਹੈ ਨਾ ਤੇ ਪੂਰਾ ਗੁਰੂ, ਕਿਉਂਕਿ ਤੇਰੀ ਜ਼ਿੰਦਗੀ ਦਾ ਸਵਾਲ ਹੈ। ਜਿਹੜਾ ਸਮਾਂ ਤੇਰੀ ਜ਼ਿੰਦਗੀ 'ਚੋਂ ਇੱਕ ਵਾਰੀ ਲੰਘ ਗਿਆ ਨਾ, ਬਤੀਤ ਹੋ ਗਿਆ, ਸਮਾਂ ਨਹੀਂ ਉਹ ਦੁਬਾਰਾ ਆਉਣਾ। ਐਵੇਂ ਕਿਸੇ ਕੱਚੇ ਗੁਰੂ ਦੇ ਕੋਲ ਜਾ ਕੇ ਆਪਣੀ ਜ਼ਿੰਦਗੀ ਦਾ ਸਮਾਂ ਨਾ ਬਰਬਾਦ ਕਰ ਲਵੀਂ। ਜ਼ਿੰਦਗੀ ਨੂੰ ਸਫਲਾ ਕਰਨਾ ਪਹਿਲਾਂ ਪੂਰੇ ਗੁਰੂ ਦੀ ਭਾਲ ਕਰ, ਇਹ ਪ੍ਰਾਪਤੀ ਤਾਂ ਹੋਣੀ ਹੈ। ਗੁਰੂ ਦੀ ਭਾਲ ਕਰਨ ਵਾਸਤੇ ਗੁਰੂ ਦੇ ਗੁਣਾਂ ਨੂੰ ਵੇਖਣਾ ਕਰ, ਗੁਰੂ ਦੇ ਪਰਉਪਕਾਰ ਨੂੰ, ਗੁਰੂ ਦੇ ਜੀਵਨ ਨੂੰ ਵੇਖਣਾ ਕਰ, ਫਿਰ ਪ੍ਰਾਪਤੀ ਕਰ। ਕਹਿਣ ਲੱਗੇ ਇਸ ਤਰ੍ਹਾਂ ਜਦੋਂ ਪੂਰੇ ਗੁਰੂ ਦੇ ਕੋਲ ਆਵੇਂਗਾ ਫਿਰ ਗੁਰੂ ਤੈਨੂੰ ਸਮਝਾ ਦੇਵੇਗਾ, ਗੁਰੂ ਤੇਰਾ ਜਨਮ ਸਫਲਾ ਕਰ ਦੇਵੇਗਾ। ਜਨਮ ਪਦਾਰਥ ਜਿੱਤ ਲਵੇਂਗਾ, ਜਨਮ ਪਦਾਰਥ ਜੀਤ, ਜਨਮ ਰੂਪੀ ਪਦਾਰਥ ਨੂੰ ਜਿੱਤ ਲਵੇਂਗਾ ਜਦੋਂ ਗੁਰੂ ਸ਼ਰਨ ਵਿੱਚ ਆਏਗਾ। ਮਨਸੁਖ ਸ਼ਾਹੂਕਾਰ ਲਾਹੌਰ ਤੋਂ ਚੱਲਿਆ, ਬਾਣੀਆਂ ਦੁਕਾਨ ਤੇ ਬੈਠਦਾ ਵਪਾਰ ਕਰਦਾ, ਬੜੀ ਮੱਤ ਤੇਜ਼ ਹੈ। ਕਹਿਣ ਲੱਗਾ ਗੁਰੂ ਨੂੰ ਮਿਲਣ ਤੇ ਚੱਲਿਆ, ਪਰ ਮੈਂ ਐਵੇਂ ਨਹੀਂ ਗੁਰੂ ਧਾਰਨ ਕਰਾਂਗਾ। ਮੇਰੇ ਵੀ ਮਨ ਦਾ ਇੱਕ ਸਵਾਲ ਹੈ, ਜੇ ਗੁਰੂ ਪੂਰਾ ਕਰੇ ਤੇ ਤਾਂ ਮੈਂ ਉਹਨੂੰ ਜਾ ਕੇ ਗੁਰੂ ਮੰਨਾਂ। ਤੇ ਸਵਾਲ ਇਹ ਰੱਖ ਲਿਆ ਵੀ ਮਹਾਰਾਜ ਮੇਰਾ ਨਾਂ ਲੈ ਕੇ ਮੈਨੂੰ ਬੁਲਾਉਣਗੇ ਤੇ ਤਾਂ ਮੈਂ ਮੰਨਾਂਗਾ ਵੀ ਹਾਂ ਵਾਕਿਆ ਹੀ ਇਹ ਗੁਰੂ ਹੈ। ਮੱਥਾ ਟੇਕਿਆ ਤੇ ਗੁਰੂ ਨਾਨਕ ਸਾਹਿਬ ਨੇ ਉਹੀ ਬਚਨ ਆਖਿਆ। ਕਹਿਣ ਲੱਗੇ ਨਾਮ ਦਾ ਹੀ ਮਨ ਸੁੱਖ ਹੈ, ਪਰ ਮਨ ਨੂੰ ਸੁੱਖ ਹੈ ਕੋਈ ਨਹੀਂ। ਇੱਕ ਵਪਾਰੀ ਨੇ, ਇੱਕ ਸੁਦਾਗਰ ਨੇ, ਕੰਮ ਕਰਨ ਵਾਲੇ ਨੇ, ਜਿਹੜਾ ਰੋਜ਼ ਦੁਨੀਆ ਵਿੱਚ ਵਿਚਰਦਾ ਹੈ ਨਾ, ਉਹਨੂੰ ਇੰਨੀ ਮੱਤ ਹੈ ਵੀ ਮੈਂ ਗੁਰੂ ਬਣਾਉਣ ਚੱਲਿਆ ਤੇ ਗੁਰੂ ਦੇ ਵਿੱਚ ਕੋਈ ਗੁਣ ਤੇ ਹੋਵੇ ਨਾ ਜਿਹਨੂੰ ਗੁਰੂ ਕਹਿ ਸਕਾਂ, ਤੇ ਪਰਖ ਕਰਾਂ ਵੀ ਗੁਰੂ ਪੂਰਾ ਹੈ ਕਿ ਅਧੂਰਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੂਰੇ ਗੁਰ ਸਮਝਾਇਆ, ਪੂਰੇ ਗੁਰੂ ਨੇ ਸਾਨੂੰ ਸਮਝ ਦਿੱਤੀ ਹੈ। ਆਨ ਸਗਲ ਬਿਦ ਕਾਮ ਨਾ ਆਵੇ, ਸਾਰੀਆਂ ਵਿਧੀਆਂ, ਹੋਰ ਜਿਹੜੇ ਸਾਰੇ ਕੀਤੇ ਹੋਏ ਸੰਜਮ ਨੇ, ਹੋਰ ਕੀਤੇ ਹੋਏ ਸਾਰੇ ਜਿਹੜੇ ਸ਼ੁਭ ਕਰਮ ਵਗੈਰਾ ਤੂੰ ਕਰਦਾ ਪਿਆ, ਇਹ ਤੇਰੇ ਪਰਲੋਕ ਦੇ ਵਿੱਚ ਕੰਮ ਆਉਣ ਵਾਲੇ ਨਹੀਂ ਹਨ। ਹਰ ਹਰ ਨਾਮ ਧਿਆਇਆ, ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਭਾਈ ਨਾਮ ਧਿਆਉਣ ਵਾਲੇ ਇੱਥੇ ਸਫਲੇ, ਪਰਲੋਕ ਵਿੱਚ ਸਫਲੇ। ਨਾਮ ਜਪਣ ਵਾਲਿਆਂ ਦੀ ਸੰਗਤ ਕਰਨ ਵਾਲੇ ਸਫਲੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਮ ਜਪਣ ਵਾਲਿਆਂ ਦੀ ਕਮਾਈ ਐਸੀ ਹੈ, ਆਪ ਵੀ ਸਫਲੇ ਹੋ ਗਏ, ਉਹਨਾਂ ਦੀ ਸੰਗਤ ਕਰਨ ਵਾਲੇ ਸਫਲੇ ਹੋ ਗਏ। ਮਹਾਰਾਜ ਕਹਿਣ ਲੱਗੇ ਹਰ ਹਰ ਨਾਮ ਧਿਆਇਆ, ਜਦੋਂ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਆਪ ਵੀ ਸਫਲੇ ਹੋਏ, ਸੰਗਤ ਕਰਨ ਵਾਲੇ, ਕਰਾਉਣ ਵਾਲੇ ਵੀ ਸਫਲੇ ਹੋ ਗਏ। ਐਸੀਆਂ ਦਾਤਾਂ ਨਾਮ ਜਪਣ ਵਾਲਿਆਂ ਨੂੰ। ਪਰ ਨਾਮ ਜਪੇ ਤੋਂ ਬਿਨਾਂ ਜਿੰਨੇ ਮਰਜ਼ੀ ਸਕਾਮ ਕਰਮ ਕਰ ਲਾ, ਉਹਨਾਂ ਕਰਮਾਂ ਨੇ ਤੇਰਾ ਭਲਾ ਨਹੀਂ ਕਰਨਾ, ਸਗੋਂ ਤੈਨੂੰ ਜਨਮਾਂ ਵਿੱਚ ਲੈ ਕੇ ਆਉਣਾ ਹੈ। ਪਾਪ ਕਰਮ ਹੋਵੇ ਭਾਵੇਂ ਪੁੰਨ ਕਰਮ ਹੋਵੇ,
ਜਨਮਾਂ ਵਿੱਚ ਦੋਨੇ ਹੀ ਲੈ ਕੇ ਆਉਂਦੇ। ਫਰਕ ਸਿਰਫ ਇੰਨਾ ਕੁ ਹੈ ਵੀ ਪਾਪ ਕਰਮ ਨੇ ਦੁੱਖ ਦੇਣਾ ਤੇ ਪੁੰਨ ਕਰਮ ਨੇ ਸੁਖ ਦੇਣਾ ਹੈ, ਪਰ ਜੰਮਣ ਤੇ ਮਰਨ ਵਿੱਚੋਂ ਮੁਕਤ ਦੋਨਾਂ ਨੇ ਨਹੀਂ ਕਰਨਾ। ਜੰਮਣ ਤੇ ਮਰਨ ਦਾ ਗੇੜਾ ਬਣਿਆ ਰਹਿਣਾ, ਪਾਪ ਕਰਕੇ ਵੀ ਪੁੰਨ ਕਰਕੇ ਵੀ, ਪਰ ਤੂੰ ਇਹਨਾਂ ਦੋਨਾਂ ਚੀਜ਼ਾਂ ਤੋਂ ਪਰੇ ਹੋਣਾ, ਉੱਪਰ ਉੱਠਣਾ, ਬਚਣਾ ਹੈ। ਨਾ ਸੁਖ ਲੈਣ ਵਾਸਤੇ ਨਾ ਦੁੱਖ ਲੈਣ ਵਾਸਤੇ ਜ਼ਿੰਦਗੀ 'ਚ ਆਈਏ, ਇੱਥੋਂ ਮੁਕਤ ਹੋ ਕੇ ਪ੍ਰਮਾਤਮਾ ਦੇ ਨਾਲ ਹੀ ਮਿਲ ਜਾਈਏ। ਉਸ ਸੁਖ ਵਰਗਾ ਦੁਨੀਆ ਵਿੱਚ ਸੁਖ ਹੋ ਹੀ ਨਹੀਂ ਸਕਦਾ ਹੈ। ਵਿਦਵਾਨਾਂ ਨੇ ਲਿਖਿਆ, ਕਹਿਣ ਲੱਗੇ ਹੱਥ ਕੜੀ ਭਾਵੇਂ ਸੋਨੇ ਦੀ ਹੋਵੇ ਤੇ ਭਾਵੇਂ ਲੋਹੇ ਦੀ ਹੋਵੇ, ਹੱਥ ਕੜੀ ਦਾ ਕੰਮ ਬੰਨ੍ਹਣਾ ਹੈ। ਮਹਿੰਗੀ ਜ਼ਰੂਰ ਹੋ ਸਕਦੀ ਹੈ ਵੀ ਸੋਨੇ ਵਾਲੀ ਮਹਿੰਗੀ ਤੇ ਲੋਹੇ ਵਾਲੀ ਸਸਤੀ ਹੈ, ਪਰ ਬੱਧਾ ਤੇ ਦੋਨਾਂ ਹੱਥ ਕੜੀਆਂ ਨਹੀਂ ਹੈ। ਬੰਨ ਤੇ ਪਾਪ ਵੀ ਲੈਂਦਾ ਤੇ ਬੰਨ ਤੇ ਪੁੰਨ ਵੀ ਲੈਂਦਾ ਹੈ। ਪਰ ਗੁਰੂ ਕਿਹਾ ਸਿੱਖਾ, ਇਹ ਜਿਹੜੇ ਸਾਕਾਮ ਕਰਮ ਕਰਦਾ ਪਿਆ, ਇਹਨਾਂ ਕਰਮਾਂ ਨੇ ਤੈਨੂੰ ਛੁੱਟਾ ਨਹੀਂ ਦੇਣਾ ਜਮਾਂ ਦੇ ਕੋਲੋਂ। ਇਸ ਕਰਕੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਤਾਂ ਤੇ ਮੋਹੇ ਧਾਰੀ ਓਟ ਗੋਪਾਲ। ਇਸ ਕਰਕੇ ਅਸੀਂ ਉਸ ਪਰਮਾਤਮਾ ਦੀ ਓਟ ਧਾਰਨ ਕੀਤੀ ਹੈ, ਤਾਂ ਤੇ ਇਸ ਕਰਕੇ ਉਸ ਪਰਮਾਤਮਾ ਦੀ ਓਟ ਧਾਰਨ ਕੀਤੀ ਹੈ ਜਿਹੜਾ ਗੋਪਾਲ ਕਹੀਏ, ਧਰਤੀ ਨੂੰ ਪਾਲਣ ਵਾਲਾ ਹੈ, ਜਿਹੜਾ ਸਾਰਿਆਂ ਨੂੰ ਆਸਰਾ ਦਿੰਦਾ ਪਿਆ, ਤਾਂ ਅਸੀਂ ਉਹਦੀ ਓਟ ਨੂੰ ਧਾਰਨ ਕੀਤਾ ਹੈ। ਸਰਨ ਪਰਿਓ ਪੂਰਨ ਪਰਮੇਸ਼ਰ। ਜੋ ਪੂਰਨ ਪਰਮੇਸ਼ਰ ਹੈ, ਅਕਾਲ ਪੁਰਖ, ਜਦੋਂ ਉਸ ਦੀ ਸ਼ਰਨ ਵਿੱਚ ਆ ਕੇ ਪਏ ਹਾਂ, ਬਿਨਸੇ ਸਗਲ ਜੰਜਾਲ। ਜਿੰਨੇ ਵੀ ਜੰਜਾਲ ਪੈ ਨੇ ਨਾ ਗੱਲ ਦੇ ਵਿੱਚ, ਸਾਰੇ ਦੇ ਸਾਰੇ ਜੰਜਾਲ ਟੁੱਟ ਗਏ, ਦੂਰ ਹੋ ਗਏ। ਇਹ ਜਿਹੜਾ ਸਾਡੇ ਉੱਪਰ ਜਾਲ ਪਿਆ ਹੋਇਆ ਨਾ, ਮੋਹ ਮਮਤਾ ਦਾ, ਕਾਮ ਕ੍ਰੋਧ ਦਾ, ਝੂਠ ਸੱਚ ਦਾ, ਇਹ ਸਾਰੇ ਜੰਜਾਲ ਟੁੱਟ ਗਏ, ਪਰੇ ਹੋ ਗਏ, ਇਹਨਾਂ ਤੋਂ ਮੁਕਤ ਹੋ ਗਏ। ਪਰ ਮੁਕਤ ਉਦੋਂ ਹੋਏ ਆ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪਏ ਹਾਂ। ਰਹਾਉ ਸੁਰਗ ਮਿਰਤ ਭਿਆਲ ਭੂ ਮੰਡਲ, ਸਗਲ ਵਿਆਪੈ ਮਾਏ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮਾਇਆ ਜਿਹੜੀ ਹੈ ਨਾ, ਬੜੇ ਬਲ ਵਾਲੀ ਹੈ। ਜੇ ਤੂੰ ਇਹ ਸੋਚੇ ਨਾ ਮੈਂ ਪੈਗੰਬਰਾਂ ਨੂੰ ਧਿਆ ਕੇ, ਮੈਂ ਦੇਵੀ ਦੇਵਤਿਆਂ ਨੂੰ ਧਿਆ ਕੇ ਤੇ ਮੈਂ ਮਾਇਆ ਤੋਂ ਛੁੱਟ ਜਾਵਾਂਗਾ, ਛੁੱਟਿਆ ਨਹੀਂ ਜਾਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਮਾਇਆ ਦੀ ਪਹੁੰਚ ਜਿਹੜੀ ਹੈ ਨਾ, ਸਵਰਗ ਲੋਕ ਤੱਕ ਹੈ। ਸਵਰਗ ਦੇ ਦੇਵਤੇ ਇਹਦੇ ਵਿੱਚ ਹੀ ਆ ਗਏ ਨੇ। ਮੈਲਾ ਬਰਮਾ, ਮੈਲਾ ਇੰਦ, ਸਤਿਗੁਰਾਂ ਦੇ ਬਚਨ ਨੇ ਨਾ, ਮੈਲ ਲੱਗੀ ਹੋਈ ਹੈ। ਰੱਬ ਮੈਲਾ, ਮੈਲਾ ਹੈ ਚੰਦ, ਭਾਵੇਂ ਚੰਦਰਮਾ ਤੇ ਭਾਵੇਂ ਸੂਰਜ ਹੈ, ਭਾਵੇਂ ਬ੍ਰਹਮਾ ਜੀ ਤੇ ਭਾਵੇਂ ਇੰਦਰ ਵਰਗੇ ਨੇ। ਮਾਇਆ ਦੀ ਮੈਲ ਤੇ ਸਾਰਿਆਂ ਨੂੰ ਲੱਗੀ ਹੈ। ਜਿਹੜਾ ਆਪ ਮੈਲਾ, ਉਹ ਤੈਨੂੰ ਉਜਲ ਕਿੱਥੋਂ ਕਰ ਦੇਵੇਗਾ। ਚਾਰੇ ਵੇਦ ਬਖਾਣਦਾ, ਚਤੁਰਮੁਖੀ ਹੋਏ ਖੜਾ ਸਿਆਣਾ, ਲੋਕਾਂ ਨੂੰ ਸਮਝਾਏਂਦਾ, ਦੇਖ ਸੁਰਸਤੀ ਰੂਪ ਲੁਭਾਣਾ। ਬਚਨ ਨੇ ਨਾ ਗ੍ਰੰਥਾਂ ਦੇ। ਤੇ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ। ਇੰਦਰ ਦੇਵਤੇ ਦੀ ਪੂਜਾ ਕਰਨ ਵਾਲਿਆ, ਇੰਦਰ ਤੇ ਆਪ ਰੋਂਦਾ ਪਿਆ ਕੁਕਰਮ ਕਰਕੇ, ਪਾਪ ਕਰਕੇ। ਜਿਹੜਾ ਆਪ ਰੋਂਦਾ ਪਿਆ, ਉਹ ਤੈਨੂੰ ਕਿੱਥੋਂ ਸੁਖ ਦੇਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੈਲਾ ਬਰਮਾ, ਮੈਲਾ ਇੰਦ, ਰੱਬ ਮੈਲਾ, ਮੈਲਾ ਹੈ ਚੰਦ। ਇਹ ਸਾਰੀਆਂ ਮੈਲਾਂ ਲੱਗੀਆਂ ਹੋਈਆਂ, ਭਾਵੇਂ ਉਹ ਸਵਰਗਾਂ ਦੇ ਦੇਵਤੇ ਵੀ ਕਿਉਂ ਨਾ ਹੋਣ। ਤੇ ਮੈਲ ਕਿਹਦੀ ਹੈ? ਮੈਲ ਤੇ ਮਾਇਆ ਦੀ ਹੈ। ਮਾਇਆ ਕਾਮ ਦੇ ਰੂਪ ਵਿੱਚ ਹੋ ਸਕਦੀ ਹੈ, ਲੋਭ ਦੇ ਰੂਪ ਵਿੱਚ ਆ ਸਕਦੀ ਹੈ, ਕਾਮ ਦੇ ਰੂਪ ਵਿੱਚ, ਹੰਕਾਰ ਦੇ ਰੂਪ ਦੇ ਵਿੱਚ, ਮਾਣ ਦੇ ਰੂਪ ਦੇ ਵਿੱਚ। ਸਗਲ ਵਿਆਪੇ ਮਾਏ, ਇਹ ਮਾਇਆ ਸਾਰਿਆਂ ਨੂੰ ਵਿਆਪਦੀ ਹੈ। ਸਵਰਗਾਂ ਦੇ ਦੇਵਤੇ ਛੱਡੇ ਕੋਈ ਨਹੀਂ। ਤੇ ਮਿਰਤ ਤੋਂ ਭਾਵ ਹੁੰਦਾ ਗੁਰਮੁਖੋ, ਇਹ ਜੋ ਮਾਤ ਲੋਕ ਹੈ ਜਿੱਥੇ ਅਸੀਂ ਆਏ ਹਾਂ, ਨਾ ਇਹਨੇ ਸਾਡੇ ਵਰਗੇ ਛੱਡੇ ਤੇ ਨਾ ਇਹਨੇ ਵੱਡੇ ਵੱਡੇ ਧਰਮੀ ਧਰਮਾਤਮਾ ਰਾਜੇ ਛੱਡੇ, ਨਾ ਇਹਨੇ ਰਿਸ਼ੀ ਤੇ ਮੁਨੀ ਛੱਡੇ। ਸ੍ਰਿੰਗੀ ਰਿਸ਼ੀ ਵਰਗੇ ਜੰਗਲ ਵਿੱਚ ਰਹਿੰਦੇ ਨੇ, ਕਦੇ ਜੰਗਲ ਤੋਂ ਘਰੇ ਨਹੀਂ ਆਏ, ਕਦੇ ਨਹੀਂ ਵੇਖਿਆ, ਜੰਗਲ ਵਿੱਚ ਰਹੇ, ਉੱਥੇ ਹੀ ਪੱਤੇ ਖਾਂਦਾ ਰਿਹਾ, ਫਲ ਖਾਂਦਾ ਰਿਹਾ। ਐਸੇ ਰਹਿਣ ਵਾਲੇ ਰਿਸ਼ੀ ਨੂੰ ਵੇਸਵਾ ਦੇ ਨਾਲ ਵਿਆਹ ਕਰਾਉਣਾ ਪਿਆ। ਕਹਿਣ ਲੱਗੇ ਵੀ ਇਹ ਮਾਇਆ ਨਾ ਇੱਥੇ ਵੀ ਛੱਡਦੀ ਨਹੀਂ ਹੈ। ਵੱਡੇ ਵੱਡੇ ਰਿਸ਼ੀ ਮੁਨੀ ਇਹਨੇ ਆਪਣੀ ਪਕੜ ਵਿੱਚ ਪਕੜੇ ਹੋਏ ਨੇ, ਛੱਡਦੀ ਨਹੀਂ ਹੈ। ਇੱਥੇ ਤੇ ਮਛੰਦਰ ਨਾਥ ਵਰਗਿਆਂ ਨੂੰ ਆਪਣੇ ਮਾਇਆ ਦੇ ਵਿੱਚ ਲਾਇਆ ਹੋਇਆ। ਛੇ ਜਤੀ ਮਾਇਆ ਕੇ ਫੰਦਾ,
ਇਹ ਜਿੰਨੇ ਵੀ ਜਤੀ ਹੋਏ, ਤਪੀ ਹੋਏ, ਰਿਖੀ ਹੋਏ, ਸਾਰਿਆਂ ਨੂੰ ਮਾਇਆ ਇੱਥੇ ਵੱਡੇ ਵੱਡੇ ਰਾਜੇ ਨਹੀਂ ਛੱਡੇ ਗਏ। ਰਾਜਿਆਂ ਨੂੰ ਵੀ ਤੇ ਪਕੜ ਕੇ ਬੈਠੀ ਹੈ ਨਾ। ਇੱਥੇ ਤੇ ਰਾਮਚੰਦਰ ਵਰਗੇ ਰਾਜੇ ਰੋਂਦੇ ਰਹੇ ਨੇ। ਰੋਵਹਿ ਰਾਜੇ ਕੰਨ ਪੜਾਏ, ਘਰ ਘਰ ਮੰਗਹਿ ਭਿਖਿਆ ਜਾਏ। ਇਹ ਮਾਇਆ ਇਸ ਲੋਕ ਦੇ ਵਿੱਚ ਵੀ ਕਿਸੇ ਨੂੰ ਨਹੀਂ ਛੱਡਦੀ, ਇੰਨੀ ਤਾਕਤ ਵਾਲੀ ਹੈ। ਤੇ ਪਿਆਲ ਤੋਂ ਭਾਵ ਜਿਹੜਾ ਪਤਾਲ ਹੈ, ਪਤਾਲ ਦੇ ਰਹਿਣ ਵਾਲੇ ਜੀਵਾਂ ਨੂੰ ਵੀ ਚਿੰਬੜੀ ਪਈ ਹੈ, ਉਹਨਾਂ ਨੂੰ ਵੀ ਛੱਡਿਆ ਨਹੀਂ। ਭੂ ਮੰਡਲੇ ਜਿੰਨਾ ਵੀ ਬ੍ਰਹਿਮੰਡ ਹੈ, ਇਹ ਸਾਰੇ ਬ੍ਰਹਿਮੰਡ ਦੇ ਵਿੱਚ ਉਹ ਆਪਣੀ ਪਕੜ ਰੱਖਦੀ ਹੈ। ਸਗਲ ਵਿਆਪੇ ਮਾਏ, ਇਹ ਮਾਇਆ ਇੰਨੀ ਤਾਕਤ ਵਾਲੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਵਿਆਪੇ ਮਾਏ। ਸਤਿਗੁਰੂ ਬਖਸ਼ਿਸ਼ ਕਰਦੇ, ਭੂ ਮੰਡਲ ਤੋਂ ਲੈ ਲੈਣਾ ਇਹ ਧਰਤੀ ਜਿੱਥੇ ਆਪਾਂ ਜਨਮ ਲੈ ਕੇ ਆਏ ਹਾਂ। 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਇਸ ਧਰਤੀ ਦੇ ਉੱਪਰ ਵੀ ਮਾਇਆ ਦਾ ਪ੍ਰਕੋਪ ਹੈ, ਪਕੜ ਹੈ, ਪਹੁੰਚ ਹੈ। ਤੇ ਮਿਰਤ ਤੋਂ ਭਾਵ ਹੁੰਦਾ ਗੁਰਮੁਖੋ ਜਮ ਲੋਕ, ਜਿੱਥੇ ਧਰਮ ਰਾਜਾ ਬੈਠਦਾ, ਜਿੱਥੇ ਧਰਮ ਰਾਜੇ ਦੇ ਦੂਤ ਬੈਠਦੇ ਨੇ, ਲੇਖਾ ਜੋਖਾ ਕਰਦੇ। ਕਹਿਣ ਲੱਗੇ ਮਾਇਆ ਤੇ ਉੱਥੇ ਵੀ ਪਹੁੰਚ ਰੱਖਦੀ ਹੈ, ਉਹਨੇ ਤੇ ਧਰਮ ਰਾਜਾ ਵੀ ਫੜਿਆ ਹੋਇਆ, ਤੂੰ ਛੁੱਟਣ ਦੀ ਕੀ ਗੱਲ ਕਰਦਾ ਪਿਆ। ਸਗਲ ਵਿਆਪੇ ਮਾਏ, ਸਾਰਿਆਂ ਨੂੰ ਮਾਇਆ ਚਿਮੜੀ ਹੋਈ ਹੈ। ਜੀ ਉਦਾਹਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹ ਜਿਹੜੇ ਗੁਰਮੁਖ ਨੇ ਨਾ, ਜੀ ਉਦਾਹਰਨ, ਉਹ ਆਪਣੇ ਆਪ ਦਾ ਭਲਾ ਕਰ ਲੈਂਦੇ। ਜੀਵ ਦਾ ਭਲਾ ਤਾਂ ਹੁੰਦਾ ਜੇ ਰੱਬ ਦਾ ਨਾਮ ਜਪੇ। ਤੇ ਸਭ ਕੁੱਲ ਤਾਰਨ, ਨਾਮ ਜਪੇਗਾ ਤੇਰੀ ਕੁੱਲ ਤਰ ਜਾਏਗੀ। ਤੇਰੇ ਵੱਡੇ ਵਡੇਰੇ ਬਾਪ, ਤੇਰਾ ਦਾਦਾ, ਤੇਰੇ ਵੱਡੇ ਤੈਨੂੰ ਜਨਮ ਦੇਣ ਵਾਲੇ, ਤੇਰੀਆਂ ਕੁੱਲਾਂ ਤਰ ਜਾਣਗੀਆਂ। 21 ਕੁੱਲਾਂ ਦਾ ਵਰਣਨ ਗ੍ਰੰਥਾਂ ਵਿੱਚ ਦਰਜ ਕੀਤਾ ਵੀ ਨਾਮ ਜਪਣ ਵਾਲੇ ਦੀ 21 ਕੁੱਲਾਂ ਤਰ ਜਾਂਦੀਆਂ। ਜੀ ਉਦਾਹਰਨ ਸਭ ਕੁੱਲ ਤਾਰਨ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਨਾਮ ਐਵੇਂ ਨਹੀਂ ਦੇ ਦਿੱਤਾ। ਅਸੀਂ ਸੋਚਦੇ ਹਾਂ ਵੀ ਸਾਨੂੰ ਤੇ ਉਹ ਗੱਲ ਮਿਲੀ ਨਹੀਂ ਜਿਹੜੀ ਲੋਕਾਂ ਨੂੰ ਮਿਲ ਗਈ ਹੈ। ਲੋਕਾਂ ਵੱਲ ਵੇਖ ਕੇ ਅਸੀਂ ਭੱਜ ਭੱਜ ਕੇ ਉਹਨਾਂ ਦੇ ਕਰਮਕਾਂਡ ਅਪਣਾਉਂਦੇ ਹਾਂ, ਉਹ ਕਰਮ ਕਰਦੇ ਹਾਂ। ਪਰ ਜਿਹੜਾ ਨਾਮ ਸਾਨੂੰ ਸਤਿਗੁਰਾਂ ਨੇ ਬਖਸ਼ਿਆ, ਉਹ ਤੋਂ ਅਸੀਂ ਭੱਜਦੇ ਪਏ ਹਾਂ, ਦੌੜਦੇ ਪਏ। ਗ੍ਰਸਥ ਧਰਮ ਦੇ ਵਿੱਚ ਪੈਰ ਰੱਖੀਏ ਤੇ ਉੱਥੇ ਵੀ 4 ਲਾਵਾਂ ਦਾ ਪਾਠ ਹੈ। ਉੱਥੇ ਵੀ ਗੁਰੂ ਰਾਮਦਾਸ ਮਹਾਰਾਜ ਤੈਨੂੰ ਨਾਮ ਬਖਸ਼ਿਸ਼ ਕਰਦੇ ਪਏ। ਤੇ ਗੁਰੂ ਕਿਹਾ ਸਿੱਖਾ ਤੂੰ 4 ਲਾਵਾਂ ਨੂੰ ਐਵੇਂ ਸਮਝ ਕੇ ਪਰਾਂ ਕਰਕੇ ਤੇ ਕਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾਉਂਦਾ ਪਿਆ, ਇਹ ਜੈ ਮਾਲਾ ਪਾ ਦਿੱਤੀ ਹੈ। ਕਦੇ ਹੱਥ ਵਿੱਚ ਮੁੰਦਰੀਆਂ ਛਾਪਾਂ ਪਾ ਕੇ ਆਖਦਾ ਵੀ ਇਹ ਹੁਣ ਆਹ ਰੀਤੀ ਰਿਵਾਜ ਹੋ ਗਿਆ, ਤੂੰ ਤੇ ਦੂਜੇ ਧਰਮਾਂ ਦੇ ਰੀਤੀ ਰਿਵਾਜ ਵੀ ਕਰੀ ਜਾਂਦਾ। ਈਸਾਈ ਮਤ ਦੇ ਲੋਕ ਜਿਹੜੇ ਨੇ, ਉਹ ਹੱਥ ਵਿੱਚ ਮੁੰਦਰੀ ਵਗੈਰਾ ਪਾ ਕੇ ਤੇ ਵਿਆਹ ਨੂੰ ਮੁਕੰਮਲ ਕਰਦੇ। ਹਿੰਦੂ ਮਤ ਦੀ ਗੱਲ ਕਰੀਏ, ਜੈ ਮਾਲਾ ਗਲ ਵਿੱਚ ਪਾਈ ਜਾਂਦੀ ਹੈ। ਸਤਿਗੁਰਾਂ ਨੇ 4 ਲਾਵਾਂ ਬਖਸ਼ਿਸ਼ ਕੀਤੀਆਂ, ਪਰ ਸਿੱਖਾਂ ਦੀ ਮੱਤ ਇਹੋ ਜਿਹੀ ਹੋ ਗਈ ਹੈ, ਆਪਣੇ ਵਿਆਹ ਦੇ ਵਿੱਚ ਸਾਰੇ ਰੀਤੀ ਰਿਵਾਜ ਕੋਈ ਰਹਿ ਨਾ ਜਾਵੇ। ਮੁੰਦਰੀ ਵੀ ਪਾ ਲਈਏ, ਜੈ ਮਾਲਾ ਵੀ ਪਾ ਲਈਏ, ਲਾਵਾਂ ਵੀ ਪੜ੍ਹ ਲਈਏ। ਤੇ ਕੰਮ ਤੇ ਫਿਰ ਇੱਕੋ ਹੀ ਰਹਿ ਗਿਆ, ਉਹ ਵੀ ਕਰ ਲਾ। ਜਿਵੇਂ ਮੁਸਲਮਾਨ ਕਹਿੰਦੇ ਨਾ, ਕਬੂਲ ਹੈ, ਕਬੂਲ ਹੈ, ਕਬੂਲ ਹੈ। ਇਹ ਵੀ ਕਰ ਲਾ, ਇਹ ਨਾ ਕਿਤੇ ਰਹਿ ਜਾਵੇ। ਇਹ ਵੀ ਕਰਮ ਕਰ ਲਿਆ ਕਰ। ਸਤਿਗੁਰਾਂ ਨੇ ਤੈਨੂੰ ਨਾਮ ਦੇ ਨਾਲ ਜੋੜਿਆ, ਵੱਡੀ ਤਾਕਤ ਤੈਨੂੰ ਦਿੱਤੀ ਹੈ, ਵੱਡਾ ਜਿਹੜੀ ਬਖਸ਼ਿਸ਼ ਹੈ ਉਹ ਤੈਨੂੰ ਦਿੱਤੀ ਹੈ ਮਹਾਰਾਜ ਜੀਆਂ ਨੇ। ਪਰ ਤੂੰ ਉਹਨੂੰ ਛੱਡ ਕੇ ਹੋਰਾਂ ਦੇ ਰੀਤੀ ਰਿਵਾਜਾਂ ਵਿੱਚ ਵੜਿਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਨੂੰ ਧਿਆਵੇਂਗਾ, ਤੇਰਾ ਤੇ ਤੇਰੀ ਕੁੱਲ ਦੋਨਾਂ ਦਾ ਹੀ ਉਧਾਰ ਹੋ ਜਾਏਗਾ। ਐਸੀ ਨਾਮ ਦੀ ਵੱਡੀ ਦਾਤ ਹੈ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਦਾਨਾ। ਜਿਨ੍ਹਾਂ ਨੇ ਨਿਰੰਜਨ ਪਰਮਾਤਮਾ ਦੇ ਨਾਮ ਨੂੰ ਗਾਇਆ, ਉਹਨਾਂ ਨੂੰ ਸਾਰੇ ਖਜ਼ਾਨੇ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਹਨ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਪਰ ਇਹ ਨਾਮ ਦਾ ਖਜ਼ਾਨਾ ਗੁਰਮੁਖੋ ਐਵੇਂ ਨਹੀਂ ਮਿਲ ਜਾਂਦਾ। ਨਾਮ ਦਾ ਖਜ਼ਾਨਾ ਤਾਂ ਮਿਲਦਾ ਕਰ ਕਿਰਪਾ ਜਿਸ ਦੇ ਸੁਆਮੀ, ਜਿਹਨੂੰ ਪਰਮਾਤਮਾ ਕਿਰਪਾ ਕਰਕੇ ਆਪ ਦੇਵੇ, ਨਾਮ ਉਹਨੂੰ ਮਿਲਦਾ। ਉਸ ਤਰ੍ਹਾਂ ਨਹੀਂ ਮਿਲਦਾ। ਜਿਹਨੇ ਅੰਮ੍ਰਿਤ ਛਕਿਆ ਨਾ, ਤੇ 5 ਪਿਆਰਿਆਂ ਨੇ ਨਾਮ ਜਪਾਇਆ ਅੰਮ੍ਰਿਤ ਛਕਾ ਕੇ, ਤੇ ਅੰਮ੍ਰਿਤ ਛਕਣ ਵਾਲਾ ਇਹ ਜਾਣ ਲਵੇ ਵੀ ਮੇਰੇ ਤੇ ਬੜੀ ਵੱਡੀ ਅੱਜ ਪਰਮੇਸ਼ਰ ਦੀ ਕਿਰਪਾ ਹੋਈ ਹੈ। ਕਰ ਕਿਰਪਾ, ਮੇਰੇ ਤੇ ਕਿਰਪਾ ਕਰਕੇ ਮੈਨੂੰ ਉਹਨੇ ਇਹ ਮਾਰਗ ਦੱਸਿਆ, ਇਹ ਮੈਨੂੰ ਨਾਮ ਦਿੱਤਾ ਹੈ।
ਜਿਹਨੂੰ ਨਾਮ ਪ੍ਰਾਪਤ ਹੋਇਆ ਨਾ ਉਹ ਵੱਡਿਆਂ ਭਾਗਾਂ ਵਾਲਾ ਹੈ। ਕਰ ਕਿਰਪਾ ਜਿਸ ਦੇ ਸੁਆਮੀ, ਸੁਆਮੀ ਜਿਹਦੇ ਤੇ ਕਿਰਪਾ ਕਰਦਾ, ਪਰਮੇਸ਼ਰ ਜਿਹਦੇ ਤੇ ਕਿਰਪਾ ਕਰਦਾ ਨਾਮ ਉਹਨੂੰ ਮਿਲਦਾ, ਉਹਦੀ ਕਿਰਪਾ ਬਿਨਾਂ ਨਾਮ ਨਹੀਂ ਜੇ ਮਿਲਦਾ। ਵਿਰਲੇ ਕਾਹੂ ਜਾਨਾ, ਪਰ ਇਸ ਨਾਮ ਦੀ ਮਹਿਮਾ ਨੂੰ, ਨਾਮ ਦੀ ਕਮਾਈ ਨੂੰ ਕਿਸੇ ਵਿਰਲੇ ਨੇ ਜਾਣਿਆ, ਸਾਰੇ ਨਹੀਂ ਜਾਣ ਸਕੇ। ਕਿਉਂਕਿ ਹੀਰੇ ਦੀ ਪਰਖ ਜਿਹੜੀ ਹੈ ਨਾ ਜੌਹਰੀ ਨੂੰ ਹੈ। ਜੌਹਰੀ ਕੋਲ ਹੀਰਾ ਲੈ ਕੇ ਜਾਓਗੇ ਮੁੱਲ ਪਾਵੇਗਾ, ਤੇ ਕੱਚ ਦੀਆਂ ਗਲਾਸੀਆਂ ਵੇਚਣ ਵਾਲੇ ਨੂੰ ਹੀਰਾ ਵਿਖਾਓਗੇ ਤੇ ਉਹਨੂੰ ਤੇ ਪਤਾ ਹੀ ਨਹੀਂ ਨਾ, ਉਹਨੇ ਤੇ ਕੱਚ ਦਾ ਟੁਕੜਾ ਹੀ ਸਮਝ ਲੈਣਾ। ਪਰ ਜਿਹੜਾ ਪਾਰਖੂ ਹੈ ਨਾ ਉਹ ਜਾਣੇਗਾ ਇਹਦੀ ਕੀਮਤ ਕੀ ਹੈ। ਨਾਮ ਦੀ ਕੀਮਤ ਵੀ ਸਾਰਿਆਂ ਨੂੰ ਨਹੀਂ ਪਤਾ ਹੈ, ਦੁਨੀਆ ਦੇ ਲੋਕਾਂ ਨੂੰ ਕੀ ਪਤਾ ਹੈ, ਤੇ ਕੱਚ ਦੇ ਵਪਾਰੀ ਨੇ। ਪਰ ਜਦੋਂ ਕੋਈ ਕਮਾਈ ਵਾਲਾ, ਕੋਈ ਸਾਧੂ, ਕੋਈ ਸੰਤ ਜਿਹਨੇ ਨਾਮ ਦੀ ਕਮਾਈ ਕੀਤੀ ਹੈ ਨਾ, ਉਹ ਨਾਮ ਦੀ ਮਹਿਮਾ ਨੂੰ ਜਾਣਦਾ ਹੈ ਵੀ ਨਾਮ ਦੀ ਕਿੱਡੀ ਵੱਡੀ ਮਹਿਮਾ। ਦੁਨੀਆ ਦੇ ਲੋਕ ਕੀ ਜਾਣਦੇ ਨਾਮ ਦੀ ਮਹਿਮਾ ਨੂੰ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ, ਕਿਸੇ ਵਿਰਲੇ ਨੇ ਨਾਮ ਦੀ ਮਹਿਮਾ ਜਾਣੀ ਹੈ। ਇਹ ਨਾਮ ਮੈਨੂੰ ਵੀ ਮੁਕਤ ਕਰੇਗਾ, ਮੇਰੀ ਕੁੱਲ ਨੂੰ ਮੁਕਤ ਕਰ ਦੇਵੇਗਾ, ਇਹ ਕਿਸੇ ਵਿਰਲੇ ਨੂੰ ਸਮਝ ਪਈ ਹੈ। ਤੇ ਜਿਹਨੂੰ ਸਮਝ ਪਈ ਹੈ ਫਿਰ ਉਹ ਕਮਾਈ ਕਰਦਾ ਹੈ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਮੁਆਫੀ, ਜਿਉ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਸ਼ਹੀਦੀ ਦਿਹਾੜੇ ਜੋ ਹਨ 8 ਤਰੀਕ ਨੂੰ ਆਪਾਂ ਨੂੰ ਪ੍ਰਾਪਤ ਹੋ ਰਹੇ ਨੇ। ਸ਼ਾਮ ਦੇ ਦੀਵਾਨ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਣਗੇ। ਹਜ਼ੂਰੀ ਜਥੇ ਵੀ ਆਪ ਸੰਗਤਾਂ ਨੂੰ ਗੁਰਬਾਣੀ, ਕੀਰਤਨ, ਕਥਾ ਸਰਵਣ ਕਰਵਾਉਣਗੇ। ਬਾਹਰੋਂ ਜਥੇ ਵੀ ਆਪ ਸੰਗਤਾਂ ਦੀ ਸੇਵਾ ਵਾਸਤੇ ਪਹੁੰਚ ਰਹੇ ਨੇ। ਸੋ 5 ਵਜੇ ਇਹ ਦੀਵਾਨ ਸ਼ੁਰੂ ਹੋ ਜਾਣੇ, 8:30 ਵਜੇ ਤੱਕ, 8:15 ਵਜੇ ਤੱਕ ਇਹ ਦੀਵਾਨ ਚੱਲਣਗੇ। ਨਾਲ ਨਾਲ ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ